ਭੁੱਖ ਹੜਤਾਲ ਤੇ ਤੁਸੀਂ ਬੈਠ ਗਏ ਹੋ, ਇੱਥੇ ਪ੍ਰਗਟ ਸਿੰਘ ਆਏ, ਕੋਈ ਮਿਲੇ ਤੁਹਾਨੂੰ? ਨਹੀਂ ਜੀ, ਤਾਂ ਇਹ ਹੁਣ ਫਿਰ ਕਿੰਨੇ ਟਾਈਮ ਤੱਕ ਰੱਖੋਗੇ ਭੁੱਖ ਹੜਤਾਲ ਇਦਾਂ ਜਿੰਨੀ ਦੇਰ ਸਾਨੂੰ ਸਾਡਾ ਬਣਦਾ ਹੱਕ ਨਹੀਂ ਮਿਲ ਜਾਂਦਾ। ਘਪਲਾ ਹੋਇਆ ਕਿਦਾਂ, ਕਿਸ ਤਰੀਕੇ ਦੇ ਨਾਲ, ਕਿੰਨੇ ਕੁ ਸਵਾਲ ਗਲਤ ਹੋ ਗਏ ਸੀਗੇ, ਕਿੰਨੇ ਨੰਬਰਾਂ ਦਾ ਫਰਕ ਸੀਗਾ, ਜਾਂ ਕਿੰਨੇ ਨੰਬਰਾਂ ਵਾਲੇ ਉਹਨਾਂ ਨੇ ਸਿਲੈਕਟ ਕਰਦੇ ਜਾਂ ਕਿੰਨੇ ਨੰਬਰਾਂ ਵਾਲੇ ਰਹਿ ਗਏ? जो BA BEd और MA PhD ਦੇ ਨੰਬਰ ਮਿਲਾ ਕੇ ਇੱਕ ਪਰਸੈਂਟੇਜ ਬਣਾ ਕੇ ਇੱਕ ਮੈਰਿਟ ਬਣਾਈ ਗਈ ਸੀ 48% ਔਰ 65 ਉਹ ਮੈਰਿਟ ਹੈ। ਇਨੀ ਬਿਨਾ ਐਗਜ਼ਾਮਿਨ ਕੀਤਿਆਂ ਹੀ ਉਸ ਡਾਟੇ ਨੂੰ 3000 ਦੱਸ ਰਹੇ ਆ, ਜਦ ਕਿ ਸਾਡੀ ਗਿਣਤੀ 300। ਜਿਹੜਾ ਪੇਪਰ ਅਸੀਂ 2011 ਚ ਦਿੱਤਾ ਸੀ, ਇਨੀ ਸਾਨੂੰ 2017 ਚ ਪਾਸ ਕੀਤਾ ਆ, ਔਰ ਉਸ ਪਹਿਲਾਂ ਜਿਹੜਾ ਇਨੀ ਗਲਤ ਰਿਜ਼ਲਟ ਅਨਾਉਂਸ ਕੀਤਾ ਉਹਦੇ ਆਧਾਰ ਤੇ ਇਨੀਆਂ ਗਲਤ ਭਰਤੀਆਂ ਕਰ ਲਈਆਂ ਕਰਕੇ ਇਨੀ ਸਾਡਾ ਕੋਈ ਹੱਲ ਨਹੀਂ ਕੀਤਾ ਤੇ ਹੁਣ ਇਹ ਇੱਕ ਦੂਜੇ ਨੂੰ ਵਧਾਈਆਂ ਹੀ ਦੇਈ ਜਾਂਦੇ। ਕਿ ਸਰਕਾਰ ਜਿਹੜੀ ਆ ਇਹੀ ਸਟੇਬਲ ਨਹੀਂ, ਕਦੇ ਇਹਨਾਂ ਨੇ ਜਦੋਂ ਤੋਂ ਕਾਂਗਰਸ ਸੱਤਾ ਵਿੱਚ ਆਈ ਆ 4 ਸਿੱਖਿਆ ਮੰਤਰੀ ਬਦਲੇ ਆ। ਕਿਹਾ ਜਾ ਰਿਹਾ ਕਿ ਕੱਚੇ ਮੁਲਾਜ਼ਮ ਜਿਹੜੇ ਪੱਕੇ ਕੀਤੇ ਜਾਣਗੇ, ਤਾਂ ਤੁਹਾਡੀ ਸੁਣਵਾਈ ਕਿਉਂ ਨਹੀਂ ਹੋ ਰਹੀ? ਪਰ ਜੇ ਸਾਡਾ ਮਸਲਾ ਹੱਲ ਨਹੀਂ ਹੋ ਰਿਹਾ ਤਾਂ ਅਸੀਂ ਤਾਂ ਇਹੀ ਸਮਝਾਂਗੇ ਕਿ ਹਾਈ ਕਮਾਨ ਨੇ ਚਿਹਰੇ ਬਦਲ ਕੇ ਜਨਤਾ ਨੂੰ ਗੁੰਮਰਾਹ ਕੀਤਾ ਆ। ਪ੍ਰਗਟ ਸਿੰਘ ਦੇ ਵਿੱਚ ਤੇ ਜਿਹੜੇ ਪਹਿਲੇ ਸਿੱਖਿਆ ਮੰਤਰੀ ਸੀ, ਕੋਈ ਫਰਕ ਨਜ਼ਰ ਆਉਂਦਾ ਤੁਹਾਨੂੰ? ਜਿੰਨੀ ਦੇਰ ਸਾਡਾ ਹੱਲ ਨਹੀਂ ਹੋ ਰਿਹਾ ਤੇ ਓਨੀ ਦੇਰ ਅਸੀਂ ਤਾਂ ਕਵਾਂਗੇ ਕੋਈ ਫਰਕ ਨਹੀਂ। ਜਿਹੜਾ ਇਹਨਾਂ ਦਾ ਟੈਟ ਹੀ ਗਲਤ ਸੀ, ਉਹਦੇ ਆਧਾਰ ਤੇ ਇਹਨੇ ਦੂਜਿਆਂ ਦੇ BA BEd ਨੰਬਰ ਜੋੜ ਕੇ ਭਰਤੀ ਕਰ ਲਈ, ਜਦ ਕਿ ਉਹ ਟੈਟ ਦੇ ਵਿੱਚੋਂ ਭਾਵੇਂ ਪਾਸ ਹੋ ਗਏ ਸੀ ਪਰ ਉਹਨਾਂ ਦੇ BA BEd ਦੇ ਨੰਬਰ ਘੱਟ ਸੀ। ਅਸੀਂ ਇਹਨਾਂ ਦੀ ਗਲਤੀ ਕਰਕੇ ਟੈਟ ਚੋਂ ਫੇਲ ਹੋ ਗਏ ਸੀ, ਸਾਡੇ BA BEd ਦੇ ਨੰਬਰ ਜ਼ਿਆਦੇ ਆ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਪੰਜਾਬ ਦੇ ਇੱਕ ਹੋਰ ਵੱਡੇ ਮਸਲੇ ਦਾ ਹੱਲ ਕਰਨ ਜਾ ਰਹੇ ਨੇ। ਚਰਚਾ ਚੱਲ ਰਹੀ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ, ਹੋ ਸਕਦਾ ਕਿ ਸ਼ਾਮ ਤੱਕ ਇਹ ਜਿਹੜਾ ਫੈਸਲਾ ਆ ਜਾਵੇ। ਪਰ ਉਧਰ ਦੂਜੇ ਪਾਸੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਹੋਣਾ ਦੇ ਘਰ ਦੇ ਬਾਹਰ ਕੁਝ ਮਹਿਲਾਵਾਂ ਭੁੱਖ ਹੜਤਾਲ ਤੇ ਬੈਠ ਚੁੱਕੀਆਂ ਨੇ। ਕਿਹਾ ਜਾ ਰਿਹਾ ਕਿ ਟੈਟ ਪਾਸ ਇਹ ਅਧਿਆਪਕ ਹੈਗੇ ਨੇ, ਪਰ ਇਹਨਾਂ ਦੀ 2011 ਤੋਂ ਅਜੇ ਤੱਕ ਜਿਹੜੀ ਹੈ ਉਹ ਨਿਯੁਕਤੀ ਨਹੀਂ ਕੀਤੀ ਗਈ। ਕਿਹਾ ਜਾ ਰਿਹਾ ਕਿ ਪੂਰੇ ਨੰਬਰ ਵੀ ਹੈਗੇ ਨੇ ਇਹਨਾਂ ਦੇ, ਪਰ ਇਸ ਦੇ ਬਾਵਜੂਦ ਜਿਹੜੀ ਹੈ ਅਜੇ ਤੱਕ ਨਿਯੁਕਤੀ ਨਹੀਂ ਕੀਤੀ ਗਈ, ਜਿਸ ਕਾਰਨ ਅੱਜ ਪ੍ਰਗਟ ਸਿੰਘ ਹੋਣਾ ਦੇ ਘਰ ਦੇ ਬਾਹਰ ਇਹ ਭੁੱਖ ਹੜਤਾਲ ਤੇ ਬੈਠ ਚੁੱਕੇ ਨੇ। ਪੂਰਾ ਮਸਲਾ ਜਾਣਦੇ ਆ ਕਿ ਪੂਰਾ ਮਸਲਾ ਹੈ ਕੀ। ਮੈਡਮ, ਪੂਰਾ ਮਸਲਾ ਦੱਸੋ ਕਿ 2011 ਦੇ ਵਿੱਚ ਤੁਸੀਂ ਟੈਟ ਪਾਸ ਕੀਤਾ ਸੀਗਾ, ਉਸ ਤੋਂ ਬਾਅਦ ਨਿਯੁਕਤੀ ਕਿਉਂ ਨਹੀਂ ਹੋਈ ਅਜੇ ਤੱਕ? 2011 ਵਿੱਚ ਅਸੀਂ ਟੈਟ ਚੋਂ ਪਾਸ ਹੋ ਜਾਣਾ ਸੀ, ਪਰ ਇਹਨਾਂ ਦੇ ਗਲਤ ਪੇਪਰ ਤੇ ਗਲਤ ਨਤੀਜੇ ਕਰਕੇ ਅਸੀਂ ਪਾਸ ਨਹੀਂ ਹੋਏ। ਇਹ ਟੈਟ 2011 ਦਾ ਗਲਤ ਪੇਪਰ ਔਰ ਇਹ ਉਹਦਾ ਗਲਤ ਰਿਜ਼ਲਟ ਆ, ਜਿਹਦੇ ਵਿੱਚੋਂ ਸਾਡੇ 4 ਨੰਬਰ ਬਣਦੇ ਨਹੀਂ ਦਿੱਤੇ ਤੇ ਸਾਨੂੰ ਫੇਲ ਕਰਤਾ ਸੀ। ਅਸੀਂ ਮਾਨਯੋਗ ਹਾਈ ਕੋਰਟ ਤੋਂ ਫਿਰ ਨਿਰਦੇਸ਼ ਇਹਨਾਂ ਨੂੰ ਕਰਾਏ ਆ ਤੇ ਇਨੀ ਸਾਨੂੰ 2017 ਚ ਪਾਸ ਕੀਤਾ। ਜਿਹੜਾ ਪੇਪਰ ਅਸੀਂ 2011 ਚ ਦਿੱਤਾ ਸੀ, ਇਨੀ ਸਾਨੂੰ 2017 ਚ ਪਾਸ ਕੀਤਾ ਆ, ਔਰ ਉਸ ਪਹਿਲਾਂ ਜਿਹੜਾ ਇਨੀ ਗਲਤ ਰਿਜ਼ਲਟ ਅਨਾਉਂਸ ਕੀਤਾ ਉਹਦੇ ਆਧਾਰ ਤੇ ਇਨੀਆਂ ਗਲਤ ਭਰਤੀਆਂ ਕਰ ਲਈਆਂ 3442 ਤੇ 5178। ਇਹ 2011 ਚ ਹੋ ਗਈਆਂ ਸੀਗੀਆਂ ਭਰਤੀਆਂ? 11 ਔਰ 12। 11 ਔਰ 12 ਹਾਂਜੀ, ਉਦੋਂ ਇਸ਼ਤਿਹਾਰ ਆਈ ਸੀ। 2017 ਚ ਤੁਸੀਂ ਪਾਸ ਆਊਟ ਹੋ ਗਏ, ਤੁਹਾਨੂੰ ਪਾਸ ਕਰ ਦਿੱਤਾ ਗਿਆ, ਫਿਰ ਤੁਹਾਨੂੰ ਨਿਯੁਕਤੀ ਕਿਉਂ ਨਹੀਂ ਦਿੱਤੀ ਗਈ? ਫਿਰ ਇਹਨਾਂ ਨੇ ਦੁਬਾਰਾ ਇਹੀ ਇਸ਼ਤਿਹਾਰ ਫਿਰ ਜਾਰੀ ਕੀਤੇ ਕਿ ਫੇਲ ਤੋਂ ਪਾਸ ਹੋਏ ਜਿਹੜੇ ਆ ਉਹ ਅਪਲਾਈ ਕਰਨ, ਔਰ ਸਾਡਾ ਡਾਟਾ ਅਪਲੋਡ ਕਰਾ ਲਿਆ, ਪਰ ਉਹਨੂੰ ਐਗਜ਼ਾਮਿਨ ਨਹੀਂ ਕੀਤਾ। ਉਹਦੇ ਵਿੱਚ ਜਿਹੜੇ ਨਹੀਂ ਵੀ ਐਲੀਜੀਬਲ ਸੀ ਉਹਨੇ ਵੀ ਡਾਟਾ ਭਰਤਾ। ਇਨੀ ਬਿਨਾ ਐਗਜ਼ਾਮਿਨ ਕੀਤਿਆਂ ਹੀ ਉਸ ਡਾਟੇ ਨੂੰ 3000 ਦੱਸ ਰਹੇ ਆ, ਜਦ ਕਿ ਸਾਡੀ ਗਿਣਤੀ 300। ਫਿਰ ਅਜੇ ਤੱਕ ਕਿਉਂ ਨਹੀਂ ਹੋ ਰਹੀ? 2017 ਦੇ ਵਿੱਚ ਜਦੋਂ ਪਾਸ ਕਰਤਾ, ਉਸ ਤੋਂ ਬਾਅਦ ਵੀ 5 ਸਾਲ ਹੋ ਗਏ ਨੇ, ਅਜੇ ਤੱਕ ਨਿਯੁਕਤੀ ਕਿਉਂ ਨਹੀਂ ਹੋਈ? ਨਿਯੁਕਤੀ ਇਹ ਸਾਨੂੰ ਝੂਠੇ ਲਾਰੇ ਲਾ ਰਹੇ ਆ। ਪਹਿਲੀ ਗੱਲ ਤਾਂ ਇਹ ਆ ਕਿ ਸਰਕਾਰ ਜਿਹੜੀ ਆ ਇਹੀ ਸਟੇਬਲ ਨਹੀਂ, ਕਦੇ ਇਹਨਾਂ ਨੇ ਜਦੋਂ ਤੋਂ ਕਾਂਗਰਸ ਸੱਤਾ ਵਿੱਚ ਆਈ ਆ 4 ਸਿੱਖਿਆ ਮੰਤਰੀ ਬਦਲੇ ਆ। ਪਹਿਲਾਂ ਅਰੁਣਾ ਚੌਧਰੀ ਜੀ, OP ਸੋਨੀ ਜੀ, ਵਿਜੇ ਇੰਦਰ ਸਿੰਗਲਾ ਜੀ, ਪ੍ਰਗਟ ਸਿੰਘ ਜੀ, ਔਰ ਅਸੀਂ 4 ਸਿੱਖਿਆ ਮੰਤਰੀਆਂ ਨੂੰ ਹੀ ਆਪਣੀ ਜਿਹੜੀ ਹੋਈ ਬੇਇਨਸਾਫੀ ਦੱਸ ਚੁੱਕੇ ਆ। ਆ ਦੇਖੋ, ਅਸੀਂ ਸਭ ਕੋਲ ਆਪਣਾ ਮੈਟਰ ਲੈ ਕੇ ਗਏ ਔਰ ਸਭ ਮੈਟਰ ਸੁਣਦੇ ਸੀ, ਪਰ ਸਾਡਾ ਹੱਲ ਨਹੀਂ ਕੀਤਾ। ਪਹਿਲਾਂ ਤੇ ਕਾਂਗਰਸ ਦੇ ਵਿੱਚ ਕਾਟੋ ਕਲੇਸ਼ ਪਿਆ ਸੀ, ਇਸ ਕਰਕੇ ਇਨੀ ਸਾਡਾ ਕੋਈ ਹੱਲ ਨਹੀਂ ਕੀਤਾ ਤੇ ਹੁਣ ਇਹ ਇੱਕ ਦੂਜੇ ਨੂੰ ਵਧਾਈਆਂ ਹੀ ਦੇਈ ਜਾਂਦੇ। ਕਿੰਨਾ ਸਮਾਂ ਹੋ ਗਿਆ ਤੁਹਾਨੂੰ ਭੁੱਖ ਹੜਤਾਲ ਤੇ ਬੈਠਦੇ ਜਾਂ ਧਰਨੇ ਦਿੰਦੇ ਆ? ਸਾਨੂੰ 146 ਦਿਨ ਹੋ ਗਏ। ਸਿੱਖਿਆ ਵਿਭਾਗ ਮੋਹਾਲੀ ਦੇ ਅੱਗੇ ਅਸੀਂ ਧਰਨਾ ਲਾਇਆ ਹੋਇਆ।
ਤਾਂ ਪ੍ਰਗਟ ਸਿੰਘ ਵੀ ਕਹਿ ਰਹੇ ਨੇ ਕਿ ਅਸੀਂ ਸਾਰੇ ਮਸਲੇ ਦਾ ਹੱਲ ਕਰਾਂਗੇ। ਉਧਰ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਅੱਜ ਕੈਬਨਿਟ ਮੀਟਿੰਗ ਜਿਹੜੀ ਆ ਉਹ ਬੁਲਾਈ ਹੋਈ ਹੈ। ਕਿਹਾ ਜਾ ਰਿਹਾ ਕਿ ਕੱਚੇ ਮੁਲਾਜ਼ਮ ਜਿਹੜੇ ਪੱਕੇ ਕੀਤੇ ਜਾਣਗੇ ਤਾਂ ਤੁਹਾਡੀ ਸੁਣਵਾਈ ਕਿਉਂ ਨਹੀਂ ਹੋ ਰਹੀ? ਪਰ ਜੇ ਸਾਡਾ ਮਸਲਾ ਹੱਲ ਨਹੀਂ ਹੋ ਰਿਹਾ ਤਾਂ ਅਸੀਂ ਤਾਂ ਇਹੀ ਸਮਝਾਂਗੇ ਕਿ ਹਾਈ ਕਮਾਨ ਨੇ ਚਿਹਰੇ ਬਦਲ ਕੇ ਜਨਤਾ ਨੂੰ ਗੁੰਮਰਾਹ ਕੀਤਾ ਆ। ਕਾਂਗਰਸ ਦੁਬਾਰਾ ਸੱਤਾ 'ਚ ਲਿਆਉਣ ਲਈ ਉਹਨਾਂ ਨੇ ਇਹ ਚਿਹਰੇ ਬਦਲੇ ਆ। ਕੈਪਟਨ ਨੂੰ ਬਦਲ ਕੇ ਚੰਨੀ ਨੂੰ ਲਾਇਆ ਆ, ਇਹ ਚਿਹਰਾ ਬਦਲ ਕੇ ਜਨਤਾ ਨੂੰ ਗੁੰਮਰਾਹ ਕੀਤਾ। ਫ੍ਰੀ ਬੱਸਾਂ, ਆਟਾ ਦਾਲ ਸਕੀਮਾਂ ਇਹ ਦੇ ਕੇ ਲੋਕਾਂ ਨੂੰ ਖੁਸ਼ ਕਰਕੇ ਦੁਬਾਰਾ ਵੋਟਾਂ ਉਹ ਜਿਹੜੀਆਂ ਲੈਣੀਆਂ ਚਾਹੁੰਦੇ, ਜਦ ਕਿ ਜਿਨ੍ਹਾਂ ਦੇ ਹੱਕ ਬਣਦੇ ਉਹਨਾਂ ਨੂੰ ਤਾਂ ਦੇ ਨਹੀਂ ਰਹੇ। ਜਿੱਥੇ ਮੁੱਖ ਮੰਤਰੀ ਬਦਲੇ ਨੇ ਉੱਥੇ ਸਿੱਖਿਆ ਮੰਤਰੀ ਬਦਲ ਗਏ ਨੇ। ਪ੍ਰਗਟ ਸਿੰਘ ਦੇ ਵਿੱਚ ਤੇ ਜਿਹੜੇ ਪਹਿਲੇ ਸਿੱਖਿਆ ਮੰਤਰੀ ਸੀ ਕੋਈ ਫਰਕ ਨਜ਼ਰ ਆਉਂਦਾ ਤੁਹਾਨੂੰ? ਜਿੰਨੀ ਦੇਰ ਸਾਡਾ ਹੱਲ ਨਹੀਂ ਹੋ ਰਿਹਾ ਤੇ ਓਨੀ ਦੇਰ ਅਸੀਂ ਤਾਂ ਕਵਾਂਗੇ ਕੋਈ ਫਰਕ ਨਹੀਂ। ਕੋਈ ਗੱਲਬਾਤ ਹੋਈ, ਕੋਈ ਭਰੋਸਾ ਦਿੱਤਾ? ਸਾਡੀਆਂ 4 ਮੀਟਿੰਗਾਂ ਹੋ ਚੁੱਕੀਆਂ, ਪੈਨਲ ਮੀਟਿੰਗ ਵੀ ਹੋ ਚੁੱਕੀ ਆ, ਜਿਸ ਵਿੱਚ ਡਿਪਾਰਟਮੈਂਟ ਨੂੰ ਅਸੀਂ ਸਾਬਤ ਕਰ ਚੁੱਕੇ ਆ ਕਿ ਡਿਪਾਰਟਮੈਂਟ ਦੀ ਗਲਤੀ ਕਰਕੇ ਅਸੀਂ ਰਹੇ ਆ ਔਰ ਕੋਰਟ ਨੇ ਇਹ ਗੱਲ ਕਹੀ ਹੋਈ ਆ ਕਿ ਮਹਿਕਮੇ ਦੀ ਸਰਾਸਰ ਗਲਤੀ ਹੈ। ਜਦੋਂ ਹਾਈ ਕੋਰਟ ਦਾ ਫੈਸਲਾ ਆ ਗਿਆ ਤਾਂ ਫਿਰ ਕਿਉਂ ਨਹੀਂ ਅਪਾਇੰਟਮੈਂਟ ਹੁੰਦੀ? ਤੁਸੀਂ ਦੁਬਾਰਾ ਹਾਈ ਕੋਰਟ ਨਹੀਂ ਪਹੁੰਚੇ ਫਿਰ? ਧੱਕੇਸ਼ਾਹੀ ਆ ਇਹਨਾਂ ਦੀ। ਅਸੀਂ ਜੋ ਮਾਨਯੋਗ ਹਾਈ ਕੋਰਟ ਆ, ਤੁਹਾਨੂੰ ਪਤਾ ਕਿ ਕਰੋਨਾ ਕਰਕੇ ਜੋ ਕੋਰਟ ਦੇ ਜਿਹੜੇ ਕੰਮਾਂ ਤੇ ਵੀ ਅਸਰ ਪਿਆ ਆ ਔਰ ਜੋ 6-6 ਮਹੀਨੇ ਦੀਆਂ ਤਰੀਕਾਂ ਮਿਲੀਆਂ ਆ, ਇਸ ਕਰਕੇ ਕੋਵਿਡ ਕਾਰਨ ਜੋ ਸਾਡਾ ਕੇਸ ਵੀ ਫਿਰ ਲੇਟ ਹੋਇਆ। ਨਹੀਂ ਤਾਂ ਅਸੀਂ ਦੁਬਾਰਾ ਜਾਣਾ ਸੀ ਆਪਣੇ ਇਹਨਾਂ ਆਰਡਰਾਂ ਨੂੰ ਲੈ ਕੇ ਵੀ ਇਹ ਕੋਰਟ ਦੀ ਮਾਨਹਾਨੀ ਆ। ਜਦ ਕੋਰਟ ਨੂੰ ਵੀ ਸਰਕਾਰਾਂ ਜਿਹੜੀਆਂ ਮੰਨ ਨਹੀਂ ਰਹੀਆਂ, ਇਟ ਮੀਨਸ ਤਾਨਾਸ਼ਾਹ ਬਣ ਚੁੱਕੀਆਂ। ਲੋਕਤੰਤਰੀ ਢੰਗ ਨਾਲ ਚੁਣੀ ਸਰਕਾਰ ਤਾਨਾਸ਼ਾਹ ਬਣ ਚੁੱਕੀ ਹੈ ਇਸ ਟਾਈਮ। ਇਹ ਤਾਂ 10 ਸਾਲ ਹੋ ਗਏ ਨੇ। 10 ਸਾਲ ਤੋਂ ਤੁਸੀਂ ਫਿਰ ਕੋਈ ਕੰਮਕਾਰ ਵੀ ਨਹੀਂ ਕੀਤਾ। ਫਿਰ ਕਿਸ ਤਰੀਕੇ ਦੇ ਨਾਲ ਚੱਲਦਾ 10 ਸਾਲ? ਕਈ ਸਾਡੇ ਸਾਥੀ ਝੋਨੇ ਲਾਉਂਦੇ ਆ, ਦਿਹਾੜੀਆਂ ਕਰਦੇ ਆ, ਕਿਉਂਕਿ ਪ੍ਰਾਈਵੇਟ ਸਕੂਲਾਂ ਵਿੱਚ ਵੀ 4-5 ਹਜ਼ਾਰ ਤੋਂ ਵੱਧ ਨਹੀਂ ਮਿਲਦਾ। ਅੱਛਾ, ਕਿੰਨੇ ਟੀਚਰ ਹੈਗੇ ਨੇ ਇਹ ਸਾਰੇ? 300 ਦੇ ਲਗਭਗ ਗੰਜੇ ਸਾਰੇ ਟੈਟ ਪਾਸ ਹੈਗੇ ਨੇ? ਹਾਂਜੀ, ਟੈਟ ਪਾਸ ਵੀ ਆ ਔਰ ਮੈਰਿਟ ਵਿੱਚ ਵੀ ਉੱਪਰ ਆਉਂਦੇ ਆ, ਜੋ 34 42 51 78 ਭਰਤੀਆਂ ਆ। ਅੱਛਾ, ਇਹ ਘਪਲਾ ਹੋਇਆ ਕਿਦਾਂ? ਕਿਸ ਤਰੀਕੇ ਦੇ ਨਾਲ? ਕਿੰਨੇ ਕੁ ਸਵਾਲ ਗਲਤ ਹੋ ਗਏ ਸੀਗੇ? ਕਿੰਨੇ ਨੰਬਰਾਂ ਦਾ ਫਰਕ ਸੀਗਾ? ਜਾਂ ਕਿੰਨੇ ਨੰਬਰਾਂ ਵਾਲੇ ਉਹਨਾਂ ਨੇ ਸਿਲੈਕਟ ਕਰਦੇ ਜਾਂ ਕਿੰਨੇ ਨੰਬਰਾਂ ਵਾਲੇ ਰਹਿ ਗਏ? ਟੈਟ ਦੇ ਵਿੱਚ ਜੋ 4 ਸਵਾਲ ਸੀ, 4 ਨੰਬਰਾਂ ਕਰਕੇ ਜੋ ਇਹ ਮੈਟਰ ਉਲਝਿਆ ਹੋਇਆ ਹੈ। ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਕਿ ਸਾਡੇ 65 ਨੰਬਰ ਹੈਗੇ ਨੇ ਜਾਂ 48 ਵਾਲਿਆਂ ਦੀ ਨਿਯੁਕਤੀਆਂ ਹੋ ਗਈਆਂ, ਇਹਦੇ ਵਿੱਚ ਤਾਂ ਨੰਬਰਾਂ ਦਾ ਕਾਫੀ ਫਰਕ ਹੈਗਾ। ਨਹੀਂ ਜੀ, ਉਹ ਮੈਰਿਟ ਆ 48 ਔਰ 65, ਜੋ BA BEd ਔਰ MA PhD ਦੇ ਨੰਬਰ ਮਿਲਾ ਕੇ ਇੱਕ ਪਰਸੈਂਟੇਜ ਬਣਾ ਕੇ ਇੱਕ ਮੈਰਿਟ ਬਣਾਈ ਗਈ ਸੀ 48% ਔਰ 65, ਉਹ ਮੈਰਿਟ ਹੈ। ਅੱਛਾ, ਜਾਨੀ ਕਿ 4 ਸਵਾਲ ਗਲਤ ਹੋਣ ਦੇ ਕਾਰਨ ਜਿਹੜਾ ਇਹ ਸਾਰਾ ਮਸਲਾ ਉਲਟ ਹੋਇਆ, ਕਿਉਂਕਿ ਟੈਟ ਨੂੰ ਹੀ ਨਹੀਂ ਮੁੱਖ ਸ਼ਰਤ ਬਣਾ ਲਿਆ ਅਪਾਇੰਟ ਕਰਨ ਲਈ, ਜਦ ਕਿ ਨਹੀਂ ਭਰਤੀ ਕੀਤੀ ਆ BA BEd MA PhD ਦੇ ਨੰਬਰਾਂ ਦੇ ਆਧਾਰ ਤੇ। ਜਦੋਂ BA BEd MA PhD ਦੇ ਨੰਬਰ ਜੋੜ ਕੇ ਅਸੀਂ ਦੇਖਦੇ ਆ ਤਾਂ ਸਾਡੀ ਮੈਰਿਟ ਕਿਤੇ ਉੱਪਰ ਆਉਂਦੀ ਆ। ਪਰ ਇਹਨੀ ਸ਼ਰਤ ਜਿਹੜੀ ਟੈਟ ਜਿਹੜਾ ਇਹਨਾਂ ਦਾ ਟੈਟ ਹੀ ਗਲਤ ਸੀ, ਉਹਦੇ ਆਧਾਰ ਤੇ ਇਹਨੇ ਦੂਜਿਆਂ ਦੇ BA BEd ਨੰਬਰ ਜੋੜ ਕੇ ਭਰਤੀ ਕਰ ਲਈ, ਜਦ ਕਿ ਉਹ ਟੈਟ ਦੇ ਵਿੱਚੋਂ ਭਾਵੇਂ ਪਾਸ ਹੋ ਗਏ ਸੀ ਪਰ ਉਹਨਾਂ ਦੇ BA BEd ਦੇ ਨੰਬਰ ਘੱਟ ਸੀ। ਅਸੀਂ ਇਹਨਾਂ ਦੀ ਗਲਤੀ ਕਰਕੇ ਟੈਟ 'ਚੋਂ ਫੇਲ ਹੋ ਗਏ ਸੀ, ਸਾਡੇ BA BEd ਦੇ ਨੰਬਰ ਜ਼ਿਆਦੇ ਆ। ਅੱਛਾ, ਤੁਹਾਨੂੰ ਕੀ ਲੱਗਦਾ ਕਿ 10 ਸਾਲ ਹੋ ਗਏ, 10 ਸਾਲ ਤੋਂ ਸਰਕਾਰ ਨੇ ਕੋਈ ਸੁਣਵਾਈ ਨਹੀਂ ਕੀਤੀ? 10 ਸਾਲਾਂ ਦੇ ਦੌਰਾਨ ਕਈ ਹਜ਼ਾਰ ਭਰਤੀ ਜਿਹੜੇ ਨੇ ਉਹ ਟੀਚਰ ਕਰ ਲਏ ਗਏ, ਉਦੋਂ ਦੀ ਤੁਹਾਡੀ ਸੁਣਵਾਈ ਨਹੀਂ ਹੋਈ। ਹੁਣ ਕੋਈ ਆਸ ਲੱਗਦੀ ਹੈ? ਇਲੈਕਸ਼ਨ ਵੀ ਨੇੜੇ ਆਉਣ ਵਾਲੀ ਹੈ। ਸਰ, ਅਸੀਂ ਸਰਕਾਰ ਤੋਂ ਇਹੀ ਆਸ ਕਰਦੇ ਹਾਂ ਵੀ ਹਾਂਜੀ ਸਾਡਾ ਮਸਲਾ ਹੱਲ ਕਰ ਦੇ। ਇਸ ਤੋਂ ਬਿਨਾਂ ਹੋਰ ਕੋਈ ਅਸੀਂ ਆਸ ਨਹੀਂ ਰੱਖਦੇ ਇਹਨਾਂ ਤੋਂ। ਅੱਛਾ, ਇਹ ਤੁਸੀਂ ਸਾਡਾ ਮਸਲਾ ਹੱਲ ਕਰ ਦਿੰਦੇ ਨੇ ਤਾਂ ਅਸੀਂ ਅਗਲੀ ਵਾਰ ਵੀ ਇਹਨਾਂ ਨੂੰ ਹੀ ਵੋਟਾਂ ਪਾਵਾਂਗੇ। ਅੱਛਾ, ਇੱਥੇ ਭੁੱਖ ਹੜਤਾਲ ਤੇ ਤੁਸੀਂ ਬੈਠ ਗਏ ਹੋ, ਇੱਥੇ ਪ੍ਰਗਟ ਸਿੰਘ ਆਏ, ਕੋਈ ਮਿਲੇ ਤੁਹਾਨੂੰ? ਨਹੀਂ ਜੀ। ਤਾਂ ਇਹ ਹੁਣ ਫਿਰ ਕਿੰਨੇ ਟਾਈਮ ਤੱਕ ਰੱਖੋਗੇ ਭੁੱਖ ਹੜਤਾਲ ਇਦਾਂ ਹੀ? ਜਿੰਨੀ ਦੇਰ ਸਾਨੂੰ ਸਾਡਾ ਬਣਦਾ ਹੱਕ ਨਹੀਂ ਮਿਲ ਜਾਂਦਾ। ਤਾਂ ਇਹ ਪ੍ਰਗਟ ਸਿੰਘ ਨੂੰ ਮਿਲ ਕੇ ਉੱਥੋਂ ਖਤਮ ਕਰੋਗੇ ਫਿਰ? ਨਹੀਂ, ਨਿਯੁਕਤੀ ਪੱਤਰ ਲੈ ਕੇ। ਜੇਕਰ ਭਰੋਸਾ ਦਿੰਦੇ ਨੇ ਤਾਂ ਫਿਰ ਛੱਡੀ ਜਾ ਸਕਦੀ ਹੈ ਭੁੱਖ ਅਸੀਂ ਹੜਤਾਲ? ਭਰੋਸੇ ਤੇ ਨਹੀਂ ਹੁਣ ਜਾਵਾਂਗੇ। ਇੰਨੇ ਸਾਲਾਂ ਤੋਂ ਅਸੀਂ ਭਰੋਸਾ ਲੈ ਕੇ ਮੁੜ ਜਾਂਦੇ ਸੀ, ਪਰ ਹੁਣ ਅਸੀਂ ਆਸ਼ਵਾਸਨ ਲੈ ਕੇ ਇੱਥੋਂ ਨਹੀਂ ਜਾਣਾ। ਅਸੀਂ ਮਸਲਾ ਕੀ ਹੈ ਵਿੱਚ? ਮਸਲਾ ਕੀ ਹੈ ਕਿ ਸੀਟਾਂ ਨਹੀਂ ਹੈਗੀਆਂ ਜਾਂ ਇਹਨਾਂ ਕੋਲ ਕੋਈ ਕੋਟਾ ਨਹੀਂ ਹੈਗਾ ਤਾਂ ਕਰਕੇ ਨਹੀਂ ਨਿਯੁਕਤੀ ਪੱਤਰ ਦੇ ਰਹੇ ਕਿ ਜਾਂ ਕੋਈ ਹੋਰ ਕਾਰਨ ਹੈ? ਇਹ ਸਾਡੀ ਤੁਹਾਨੂੰ ਬੇਨਤੀ ਆ ਕਿ ਸਾਡੇ ਸਿੱਖਿਆ ਮੰਤਰੀ ਅਤੇ ਡਿਪਾਰਟਮੈਂਟ ਦੇ ਉੱਚ ਅਧਿਕਾਰੀਆਂ ਨੂੰ ਪੁੱਛੋ ਕਿ ਇਹ ਸਾਰੀ ਯੋਗਤਾ ਪੂਰੀ ਕਰਦੇ ਹੋਏ ਵੀ ਤੁਸੀਂ ਇਹਨਾਂ ਨੂੰ ਅਪਾਇੰਟ ਕਿਉਂ ਨਹੀਂ ਕਰ ਰਹੇ। ਇਹ ਸਵਾਲ ਦਾ ਜਵਾਬ ਤੁਹਾਨੂੰ ਸਿੱਖਿਆ ਮੰਤਰੀ ਜਾਂ ਸਿੱਖਿਆ ਸਕੱਤਰ ਹੀ ਦੇ ਸਕਣਗੇ। ਠੀਕ ਹੈ, ਤਾਂ ਇਹ ਅਧਿਆਪਕ ਨੇ ਜਿਹੜੇ 2011 ਦੇ ਟੈਟ ਪਾਸ ਹੈਗੇ ਨੇ। ਕਿਹਾ ਜਾ ਰਿਹਾ ਹੈ ਕਿ 2011 ਦੇ ਵਿੱਚ ਜਿਹੜਾ ਸੀਗਾ ਇਹਨਾਂ ਦੇ ਵੱਲੋਂ ਟੈਟ ਪਾਸ ਕਰ ਲਿਆ ਗਿਆ, ਪਰ ਪੇਪਰ ਗਲਤ ਹੋਣ ਦੇ ਕਾਰਨ ਇਹਨਾਂ ਦਾ ਜਿਹੜੀ ਨਿਯੁਕਤੀ ਨਹੀਂ ਹੋਈ। ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਜਿਹੜਾ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ, 2017 ਦੇ ਵਿੱਚ ਇਹਨਾਂ ਨੂੰ ਪਾਸ ਕਰ ਦਿੱਤਾ ਗਿਆ, ਪਰ ਬਾਵਜੂਦ ਇਸ ਦੇ ਅਜੇ ਤੱਕ ਨਿਯੁਕਤੀ ਪੱਤਰ ਨਹੀਂ ਮਿਲੇ, ਜਿਸ ਕਾਰਨ ਜਿਹੜੇ ਪ੍ਰਗਟ ਸਿੰਘ ਹੋਣੀ ਨੇ ਸਿੱਖਿਆ ਮੰਤਰੀ ਉਹਨਾਂ ਦੇ ਘਰ ਦੇ ਬਾਹਰ ਇਹ ਭੁੱਖ ਹੜਤਾਲ ਤੇ ਬੈਠ ਚੁੱਕੇ ਨੇ। ਕੈਮਰਾਮੈਨ ਰਵਿੰਦਰ ਕੁਮਾਰ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, TV ਪੰਜਾਬ, ਜਲੰਧਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।